ਸਤਿ ਸ਼੍ਰੀ ਅਕਾਲ ਜੀ। ਮੈਂ ਵਿਪਨ ਕੁਮਾਰ ਰੇਲ ਕੋਚ ਫੈਕਟਰੀ ਕਪੂਰਥਲਾ ਡਿਸਟ੍ਰਿਕਟ ਤੋਂ। ਅੱਜ ਪ੍ਰਧਾਨ ਸਾਹਿਬ ਦਾ ਲਾਈਵ ਸੁਣਿਆ ਤੇ ਲਾਈਵ ਸੁਣਨ ਤੋਂ ਬਾਅਦ ਖੁਸ਼ੀ ਨਾਲੋਂ ਜ਼ਿਆਦਾ ਦੁੱਖ ਹੋਇਆ ਗੱਲਾਂ ਸੁਣ ਕੇ ਪ੍ਰਧਾਨ ਜੀ ਦੀਆਂ, ਕਿ ਪ੍ਰਧਾਨ ਜੀ ਜਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸੀ ਉਹਦੇ 'ਚ ਕੁਝ ਗੱਲਾਂ ਮੇਰੇ ਸਵਾਲ ਉੱਠ ਰਹੇ ਨੇ, ਤੇ ਉਮੀਦ ਕਰਦਾ ਕਿ ਉਹਨਾਂ ਦੇ ਜਵਾਬ ਬਹੁਤ ਜਲਦੀ ਮਿਲਣਗੇ ਮੈਨੂੰ, ਤੇ ਉਹ ਵੀ ਲਾਈਵ ਹੋ ਕੇ ਦੇਣਗੇ ਤਾਂ ਮੈਨੂੰ ਬਹੁਤ ਖੁਸ਼ੀ ਹੋਊਗੀ। ਇਹ ਮੇਰਾ ਨਹੀਂ, ਸਾਰੇ ਆਮ ਕੈਡਰ ਦੇ ਸਵਾਲ ਨੇ, ਤੇ ਇਹ ਸਵਾਲ ਮੈਂ 66-35 ਭਰਤੀ ਦੇ ਵੀ ਪੁੱਛੂੰਗਾ ਤੇ 23-64 ਭਰਤੀ ਦੇ ਵੀ। ਠੀਕ ਹੈ ਜੀ। ਇਹ ਸਵਾਲ ਪਹਿਲਾ ਸਵਾਲ ਮੇਰਾ 23-64 ਭਰਤੀ ਦੇ ਰਿਗਾਰਡਿੰਗ ਮੈਂ ਕਰ ਲੈਣਾ, ਉਸ ਤੋਂ ਬਾਅਦ 66-35 ਭਰਤੀ ਦੇ ਸੰਬੰਧੀ ਸਵਾਲ ਵੀ ਕਰੂੰਗਾ ਪ੍ਰਧਾਨ ਜੀ ਨਾਲ। ਪ੍ਰਧਾਨ ਜੀ, ਪਹਿਲੇ ਨੰਬਰ ਤੇ ਤੁਸੀਂ ਅੱਜ ਇਹ ਦੱਸੋ, 4 ਮਹੀਨੇ ਹੋ ਗਏ ਤੁਸੀਂ ਕਹਿ ਰਹੇ ਹੋ ਕਿ 4 ਮਹੀਨੇ ਤੋਂ ਸਾਡਾ ਨਿਰਮਲ ਜੀਰਾ ਜੀ ਦਾ ਅਕਾਊਂਟ ਬੰਦ ਆ, ਤੇ ਤੁਸੀਂ ਪਿਛਲੇ 4 ਮਹੀਨੇ ਦੀ ਸਟੇਟਮੈਂਟ ਦਿਖਾ ਦਿਓ ਕਿ ਕਿਸੇ ਨੇ ਫੰਡ ਨਹੀਂ ਪਾਇਆ, ਕਿਉਂਕਿ ਬਹੁਤ ਸਾਰਾ ਕੈਡਰ ਇਦਾਂ ਦਾ ਆ ਜਿਹੜੇ ਕਹਿ ਰਹੇ ਆ ਕਿ ਅਸੀਂ ਫੰਡ ਨਿਰਮਲ ਜੀਰਾ ਜੀ ਦੇ ਅਕਾਊਂਟ 'ਚ ਪਾ ਦਿੱਤਾ ਆ। ਹੁਣ ਉਹਨਾਂ ਦਾ ਦੱਸੋ ਕੀ ਕੀਤਾ ਜਾ ਸਕਦਾ ਆ। ਤੇ ਦੂਸਰੇ ਨੰਬਰ ਤੇ ਪਿਛਲੇ 4 ਮਹੀਨੇ ਦੀ ਸਟੇਟਮੈਂਟ ਕੈਡਰ ਨੂੰ ਦਿਖਾਈ ਜਾਵੇ ਕਿ ਉਹ ਫੰਡ ਆਇਆ ਕਿ ਨਹੀਂ ਆਇਆ, ਕਿ ਕੈਡਰ ਝੂਠ ਬੋਲ ਰਿਹਾ ਸੱਚ ਬੋਲ ਰਿਹਾ ਆ। ਉਸ ਤੋਂ ਬਾਅਦ ਪ੍ਰਧਾਨ ਸਾਹਿਬ, ਥੋਤੋਂ ਛੋਟੀ ਜੀ ਇੱਕ ਹੋਰ ਰਿਕੁਐਸਟ ਆ ਕਿ ਤੁਸੀਂ ਅੱਜ ਦੀ ਘੜੀ ਕਹਿ ਰਹੇ ਹੋ ਕਿ ਸੁਰਿੰਦਰਪਾਲ ਦੇ ਅਕਾਊਂਟ 'ਚ ਫੰਡ ਪਾਇਆ ਜਾਵੇ, ਤੇ 4 ਮਹੀਨੇ ਪਹਿਲਾਂ ਵੀ ਤੁਸੀਂ ਇਹ ਗੱਲ ਕਹਿ ਸਕਦੇ ਸੀ ਜੇ ਤੁਹਾਨੂੰ ਪਤਾ ਸੀਗਾ ਕਿ ਅਸੀਂ ਅਕਾਊਂਟ ਨਹੀਂ ਚਲਾ ਰਹੇ, ਤੇ ਸੁਰਿੰਦਰਪਾਲ ਵੀਰ ਨੇ ਜੇ 23-64 ਭਰਤੀ ਦੇ ਸੰਬੰਧੀ ਫੰਡ ਇਕੱਠਾ ਕਰਨਾ ਹੈ, ਜੇ ਤੁਸੀਂ ਫੰਡ ਨਹੀਂ ਦੇਣਾ ਤਾਂ ਤੁਸੀਂ ਮਹੀਨਾ 4 ਮਹੀਨੇ ਪਹਿਲਾਂ ਨਹੀਂ ਤਾਂ 2 ਮਹੀਨੇ ਪਹਿਲਾਂ ਹੀ ਇੱਕ ਲਾਈਵ ਹੋ ਕੇ ਕਹਿ ਦਿੰਦੇ, ਤਾਂ ਕਿ ਕੈਡਰ ਅਸਮਸ ਨਾ ਪੈਂਦਾ। ਤੇ ਉਸ ਤੋਂ ਇਲਾਵਾ ਇੱਕ ਚੀਜ਼ ਹੋਰ ਆ ਕਿ ਜਿਹੜੇ 23-64 ਕੈਂਡੀਡੇਟਸ ਨੂੰ ਤੁਸੀਂ ਅੱਜ ਤੋਂ 6 ਮਹੀਨੇ ਪਹਿਲਾਂ, ਸਾਲ ਪਹਿਲਾਂ ਇਹ ਕਹਿ ਕੇ ਫੰਡ ਲਿਆ ਕਿ ਅਸੀਂ 23-64 ਭਰਤੀ ਨੂੰ ਵੀ ਫੰਡ ਲਾਵਾਂਗੇ, ਸਾਡੀ ਜ਼ਿੰਮੇਵਾਰੀ ਬਣਦੀ ਆ, ਹੈ ਨਾ। ਤੇ ਉਸ ਤੋਂ ਬਾਅਦ ਤੁਸੀਂ ਇਹ ਵੀ ਕਿਹਾ ਕਿ ਸਾਡੀ 66-35 ਭਰਤੀ ਦੀ ਵੀ ਜ਼ਿੰਮੇਵਾਰੀ ਆ, ਅਸੀਂ ਉੱਤੇ ਵੀ ਵਕੀਲ ਕਰਨਾ ਆ, ਤੇ ਉਹ ਵਾਅਦੇ ਕਿੱਥੇ ਗਏ ਕਿ ਅਸੀਂ ਰਜੀਵ ਆਤਮਾ ਆਰਾਮ ਕਰਾਂਗੇ 66-35 ਤੋਂ ਬਾਅਦ ਹੁਣ 23-64 ਲਈ ਵੀ। ਉਹ ਵਾਅਦੇ ਤੁਹਾਡੇ ਖੋਖਲੇ ਸਾਬਿਤ ਹੋ ਰਹੇ ਨੇ, ਤੇ ਇੱਥੋਂ ਮੈਨੂੰ ਦੁੱਖ ਹੋ ਰਿਹਾ ਕਿ ਅੱਜ ਤੁਸੀਂ ਪਿੱਛੇ ਹਟ ਰਹੇ ਹੋ। ਮੈਂ ਇਹ ਚੀਜ਼ ਦੇਖ ਰਿਹਾ ਹਾਂ, ਤੇ ਇਹਦੇ 'ਚ ਸਭ ਤੋਂ ਵੱਡੀ ਗੱਲ ਆ ਕਿ ਜਿਹੜਾ ਤੁਸੀਂ ਕਹਿ ਰਹੇ ਆ ਕੈਡਰ ਨੇ 23-64 ਵਾਲੇ ਕੈਡਰ ਨੇ ਤੁਹਾਨੂੰ ਉਸ ਵੇਲੇ ਫੰਡ ਦੇ ਦਿੱਤਾ, ਤੁਸੀਂ ਰਜੀਵ ਆਤਮਾ ਰਾਮ ਜੀ ਦੀ ਫੀਸ ਕਰ ਲਈ, ਹੈ ਨਾ। ਤੇ ਉਸ ਤੋਂ ਬਾਅਦ ਤੁਸੀਂ ਗੱਲ ਕਰਦੇ ਹੋ ਕਿ ਅਸੀਂ 23-64 ਭਰਤੀ ਦੀ ਹੁਣ ਫੀਸ ਨਹੀਂ ਕਰ ਸਕਦੇ, ਉਹ ਸੁਰਿੰਦਰਪਾਲ ਕਰ ਲੇਗਾ। ਚਲੋ, ਮੈਂ ਸੁਰਿੰਦਰਪਾਲ ਬਾਈ ਤੋਂ ਰਿਕੁਐਸਟ ਕਰਦਾ ਕਿ ਇਹਨਾਂ ਦੇ ਝੂਠੇ ਵਾਅਦਿਆਂ ਤੇ ਤਾਂ ਕਦੇ ਇਤਬਾਰ ਨਾ ਕੀਤਾ ਜਾਵੇ, ਕਿਉਂਕਿ ਇਹ ਸ਼ੁਰੂ ਤੋਂ ਝੂਠੇ ਵਾਅਦੇ ਕਰਦੇ ਆਏ ਨੇ। ਮੈਂ ਤਾਂ ਜਿੰਨੇ ਕੁ ਦੇਖੇ ਆ ਅੱਜ ਤੱਕ ਪ੍ਰੋਟੈਸਟ ਤੇ ਵੀ ਪ੍ਰਧਾਨ ਜੀ, ਕਈ ਵਾਰ ਮੈਂ ਦੇਖਿਆ ਕਿ ਤੁਸੀਂ ਕਹਿੰਦੇ ਸੀ ਤੁਸੀਂ ਪ੍ਰੋਟੈਸਟ ਤੇ ਆਓ, ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਕੇਸਾਂ ਦੀ, ਤੇ ਅੱਜ ਤੱਕ ਕੇਸਾਂ ਦੀ ਜਾਣਕਾਰੀ ਨਹੀਂ ਪ੍ਰੋਪਰ ਤਰੀਕੇ ਨਾਲ ਦਿੱਤੀ ਗਈ ਸੀਗੀ। ਬਾਅਦ 'ਚ ਲਾਈਵ ਆ ਕੇ ਉਹ ਵੀ ਗੋਲ ਮੋਲ ਗੱਲਾਂ 'ਚ ਹੀ ਗੱਲ ਮੁਕਾ ਦਿੱਤੀ ਗਈ, ਤੇ ਉਹ ਤੁਹਾਨੂੰ ਵੀ ਪਤਾ ਹੈ ਕਿ ਤੁਸੀਂ ਕਿੰਨਾ ਕੁ ਸਟਾਰਟਿੰਗ ਤੋਂ ਦੱਸਦੇ ਆਏ ਆ ਕੇਸਾਂ ਬਾਰੇ, ਹੈ ਨਾ। ਤਾਂ ਅੱਜ ਦੀ ਘੜੀ ਜਿਹੜੇ 23-64 ਵਾਲੇ ਕੈਡਰ ਨਾਲ ਤਾਂ ਠੱਗੀ ਵੱਜ ਚੁੱਕੀ ਆ। ਜਿਹੜੇ 23-64 ਕੈਡਰ ਨੇ ਫੰਡ ਦਿੱਤਾ ਸੀ ਉਹ ਰਜੀਵ ਆਤਮਾ ਰਾਮ ਜੀ ਦੇ ਫੀਸ ਲਈ ਯੂਜ਼ ਕਰਤਾ, ਤੇ ਉਹ ਚੀਜ਼ ਗਲਤ ਆ। ਜ਼ਿਆਦਾ ਤੁਸੀਂ ਪਹਿਲਾਂ ਦੱਸਦੇ ਕਿ ਅਸੀਂ ਮੌਕੇ ਤੇ ਇਦਾਂ ਵੀ ਕਰ ਸਕਦੇ ਆ, ਤੇ ਸੋਚ ਸਮਝ ਕੇ 23-64 ਵਾਲੇ ਫੰਡ ਸੋਚ ਸਮਝ ਕੇ ਪਾਇਓ। ਹੁਣ 66-35 ਭਰਤੀ ਦੇ ਸੰਬੰਧੀ ਮੇਰੇ ਕੋਲ ਸਵਾਲ ਨੇ, ਸਿਰਫ ਇੱਕ ਛੋਟਾ ਜਿਹਾ ਸਵਾਲ ਆ, ਉਹਦਾ ਜਵਾਬ ਮਿਲ ਜਾਵੇ ਤਾਂ ਕੈਡਰ ਬਹੁਤ ਖੁਸ਼ ਹੋਊਗਾ ਤੇ ਸੰਤੁਸ਼ਟ ਹੋਊਗਾ। ਪਿਛਲੇ ਕੁਝ ਦਿਨਾਂ ਤੋਂ ਲਾਈਵ ਹੋ ਕੇ ਜਾਂ ਮੈਸੇਜ ਦੇ ਮਾਧਿਅਮ ਨਾਲ ਯੂਨੀਅਨ ਦੇ ਕਈ ਆਗੂ, ਜਿੱਦਾਂ ਕਿ ਸਟੇਟ ਕਮੇਟੀ ਮੈਂਬਰ ਮਣੀ ਸੰਗਰੂਰ ਜੀ ਹੋ ਗਏ ਜਾਂ ਫਿਰ ਸ਼ਲਿੰਦਰ ਕੰਬੋਜ ਜੀ ਹੋ ਗਏ, ਉਹਨਾਂ ਨੇ ਇਹ ਗੱਲ ਕਹੀ ਹੈ 4 ਤੋਂ 5 ਨੰਬਰ ਮੈਰਿਟ ਡਾਊਨ ਆਊਗੀ ਹਰੇਕ ਕੈਟਾਗਰੀ ਦੀ। ਤੇ ਉਹ ਅਸੀਂ ਰਿਕੁਐਸਟ ਕਰਦੇ ਹਾਂ ਕਿ ਕਿੱਦਾਂ ਆਊਗੀ ਇਹ ਦੱਸਿਆ ਜਾਵੇ, ਕਿਉਂਕਿ ਯੂਨੀਅਨ ਕੋਲ ਤਾਂ ਡਾਟਾ ਹੀ ਨਹੀਂ ਹੈਗਾ। ਤੁਸੀਂ ਕਹਿੰਦੇ ਸਾਨੂੰ ਇਹ ਨਹੀਂ ਪਤਾ ਸਿਲੈਕਟਡ ਕਿੰਨੇ ਹੋਏ ਆ, ਤਾਂ ਫਿਰ ਤੁਸੀਂ ਤੁਹਾਡੇ ਇਹ ਸਾਥੀ ਕਿੱਦਾਂ ਕਹਿ ਰਹੇ ਨੇ ਕਿ 4-4 ਨੰਬਰ ਮੈਰਿਟ ਡਾਊਨ ਆ ਰਹੀ ਆ, ਤੇ ਇਹ ਕਿਸ ਬਿਹਾਫ 'ਤੇ ਕਹਿ ਰਿਹਾ, ਜਾਂ ਫਿਰ ਕੈਡਰ ਨੂੰ ਸਿਰਫ ਗੁੰਮਰਾਹ ਕੀਤਾ ਜਾ ਰਿਹਾ ਹੈ। ਜਿੱਦਾਂ 23-64 ਵਾਲੇ ਕੈਡਰ ਨਾਲ ਠੱਗੀ ਵੱਜੀ ਆ, ਉੱਦਾਂ ਹੀ ਤੁਸੀਂ 66-35 'ਚ ਵੀ ਠੱਗੀ ਮਾਰਨ ਦੀ ਤਿਆਰੀ ਕਰ ਰਹੇ ਆ ਕਿ ਮੈਰਿਟ 1 ਨੰਬਰ ਜਾਂ 2 ਨੰਬਰ ਡਾਊਨ ਆਊਗੀ, ਬਾਅਦ 'ਚ ਤੁਸੀਂ ਕਹਿ ਦੇਣਾ ਜੀ ਹੁਣ ਅਸੀਂ ਸਾਰਿਆਂ ਨੂੰ ਤਾਂ ਲਵਾ ਨਹੀਂ ਸਕਦੇ। ਉਸ ਵੇਲੇ ਵੀ ਤੁਸੀਂ ਇਦਾਂ ਹੀ ਪਿੱਛੇ ਹਟ ਜੂਗੇ, ਕਿਉਂਕਿ 4 ਮਹੀਨੇ ਪਿਛਲੇ ਤੋਂ ਤੁਸੀਂ ਇੱਕ ਵਾਰ ਵੀ ਇਹ ਨਹੀਂ ਕਿਹਾ ਕਿ ਸਾਡਾ 1.25 ਲੱਖ ਰੁਪਏ ਰਹਿ ਰਿਹਾ, ਬਸ ਇੱਕੋ ਹੀ ਗੱਲ ਕਹੀ ਜਾ ਰਹੀ ਆ। ਹੁਣ ਪਿਛਲੇ ਲਾਈਵ ਤੁਹਾਡਾ ਕੱਢ ਕੇ ਦੇਖੀਏ ਤਾਂ ਉਹਦੇ 'ਚ ਕਹਿੰਦੇ ਆ ਕਿ ਅਸੀਂ ਯੂਨੀਅਨ ਵੱਲੋਂ ਫੰਡ ਦੇ ਰਹੇ ਹਾਂ, ਤੁਸੀਂ ਵੱਧ ਚੜ ਕੇ ਸਾਨੂੰ ਫੰਡ ਦਿਓ, ਅਸੀਂ ਇਹ ਕਰ ਰਹੇ ਹਾਂ ਉਹ ਕਰ ਰਹੇ ਹਾਂ। ਤੇ ਅੱਜ ਦੀ ਅਚਾਨਕ ਤੁਸੀਂ ਸਰਪ੍ਰਾਈਜ਼ ਦੇ ਦਿੱਤਾ ਆ ਕਿ ਸਾਡਾ 1.25 ਲੱਖ ਰੁਪਏ ਰਹਿੰਦਾ ਹੈ, ਸਾਡਾ ਐਡਵੋਕੇਟ ਕੀਤਾ ਹੈ। ਕਿ ਐਡਵੋਕੇਟ ਤੁਸੀਂ ਕੀਤਾ ਤਾਂ ਹੋਰ ਕੋਈ ਫੰਡ ਕਿਉਂ ਦੇਵੇ, ਕਿਉਂਕਿ ਕੈਡਰ ਨੇ ਤਾਂ ਤੁਹਾਨੂੰ ਫੰਡ ਦਿੱਤਾ, 23-64 ਵਾਲੇ ਕੈਡਰ ਨੇ ਵੀ ਦਿੱਤਾ ਤੇ 66-35 ਵਾਲੇ ਨੇ ਵੀ ਦਿੱਤਾ ਹੈ। ਤੇ ਅੱਜ ਇਹ ਤੁਹਾਡਾ ਫਰਜ਼ ਬਣਦਾ ਹੈ ਕਿ ਜਿਹੜੇ ਸਾਥੀ ਸਿਲੈਕਟ ਹੋ ਚੁੱਕੇ ਨੇ ਤੁਹਾਡੇ ਨਾਲ ਦੇ, ਉਹਨਾਂ ਤੋਂ ਫੰਡ ਕਰਵਾਇਆ ਜਾਵੇ। ਤੇ ਅਸਲ 'ਚ ਸੱਚਾਈ ਕੀ ਆ ਇਹ ਵੀ ਮੈਂ ਦੱਸ ਦਿੰਦਾ ਆ। ਰਾਜਸਥਾਨ ਨੂੰ ਜਦ ਯੂਨੀਅਨ 4 ਵਾਰ ਲਾਈਵ ਹੋ ਕੇ ਕਹਿ ਚੁੱਕੀ ਆ ਤੇ ਲੱਖ ਰੁਪਇਆ ਨਹੀਂ ਜੁੜਿਆ, ਠੀਕ ਹੈ ਜੀ, ਤੇ ਲੱਖ ਰੁਪਇਆ ਨਹੀਂ ਜੁੜਿਆ ਰਾਜਸਥਾਨ ਦੇ ਕੇਸ ਫੰਡ ਲਈ ਯੂਨੀਅਨ ਤੋਂ।
ਤਾਂ ਕਰਕੇ ਅੱਜ ਯੂਨੀਅਨ ਨੂੰ ਆਪਣੀ ਅਸਲੀਅਤ ਪਤਾ ਲੱਗ ਚੁੱਕੀ ਆ ਕਿ ਕੈਡਰ ਉਹਨਾਂ ਤੇ ਵਿਸ਼ਵਾਸ ਨਹੀਂ ਕਰ ਰਿਹਾ। ਇਹ ਗੱਲ ਸੱਚ ਆ, ਠੀਕ ਹੈ ਜੀ। ਹੋ ਸਕਦਾ ਤੁਹਾਨੂੰ ਬੁਰਾ ਲੱਗੇ, ਪਰ ਇਹ ਗੱਲ ਸੱਚ ਆ ਕਿ ਕੈਡਰ ਯੂਨੀਅਨ ਤੇ ਹੁਣ ਵਿਸ਼ਵਾਸ ਨਹੀਂ ਕਰ ਰਿਹਾ, ਤੇ ਤੁਸੀਂ ਹੁਣ ਆਪਣੇ ਆਪ ਨੂੰ ਆਪਣੀ ਇਮੇਜ ਸਾਫ਼ ਦਿਖਾਉਣ ਨੂੰ ਕੈਡਰ ਨੂੰ ਇਹ ਕਹਿ ਰਹੇ ਆ ਕਿ ਅਸੀਂ ਤਾਂ ਫੰਡ ਲਿਆ ਹੀ ਨਹੀਂ ਹੈ ਨਾ ਪਿਛਲੇ 4 ਮਹੀਨਿਆਂ ਤੋਂ। ਫਿਰ 4 ਮਹੀਨਿਆਂ ਦੀ ਸਟੇਟਮੈਂਟ ਜ਼ਰੂਰ ਦਿਖਾਈ ਜਾਵੇ ਤਾਂ ਕਿ ਪਤਾ ਲੱਗ ਜਾਵੇ, ਬੈਂਕ ਤੋਂ ਡਾਟਾ ਕਢਵਾ ਕੇ ਦਿਖਾ ਦਿਓ, ਪਤਾ ਲੱਗ ਜਾਏਗਾ ਕਿ ਕਿੰਨਾ ਫੰਡ ਆਇਆ ਤੇ ਕਿੰਨਾ ਯੂਜ਼ ਹੋਇਆ ਹੈ। ਰਿਕੁਐਸਟ ਆ ਮੇਰੀ ਇਹ ਕੋਈ ਆਰਡਰ ਨਹੀਂ ਆ। ਆਰਡਰ ਤਾਂ ਵੱਡੇ ਸਟੇਟ ਕਮੇਟੀ ਮੈਂਬਰ ਕਰਦੇ ਹੁੰਦੇ ਆ, ਅਸੀਂ ਤਾਂ ਇੱਕ ਕੈਡਰ ਹਾਂ, ਕੈਡਰ ਦੇ ਤੌਰ ਤੇ ਰਿਕੁਐਸਟ ਕਰ ਸਕਦੇ ਹਾਂ ਆਪਾਂ, ਇਸ ਤੋਂ ਜ਼ਿਆਦਾ ਕੁਝ ਨਹੀਂ। ਕਿਉਂਕਿ ਸਾਡਾ ਵਿਸ਼ਵਾਸ ਯੂਨੀਅਨ ਨੇ ਆਪ ਤੋੜਿਆ, ਅਸੀਂ ਨਹੀਂ ਤੋੜਿਆ। ਯੂਨੀਅਨ ਤੋਂ ਅਸੀਂ ਨਹੀਂ ਚੱਕਿਆ ਵਿਸ਼ਵਾਸ, ਪਰ ਯੂਨੀਅਨ ਨੇ ਮੌਕੇ ਤੇ ਇਦਾਂ ਦੀਆਂ ਗੱਲਾਂ ਕਰ ਕਰਕੇ ਵਿਸ਼ਵਾਸ ਤੋੜਿਆ ਹੈ। ਤੇ ਅਸੀਂ ਬੇਨਤੀ ਕਰਦੇ ਹਾਂ ਪ੍ਰਧਾਨ ਸਾਹਿਬ ਤੋਂ ਕਿ ਇਹਦੀ ਜਾਣਕਾਰੀ ਲਾਈਵ ਹੋ ਕੇ ਜ਼ਰੂਰ ਦੇਣ ਕਿ ਇਹ ਪਿਛਲੇ 3 ਮਹੀਨਿਆਂ ਤੋਂ ਕਿਉਂ ਨਹੀਂ ਯੂਨੀਅਨ ਵੱਲੋਂ ਕਿਹਾ ਗਿਆ ਕਿ ਸਾਨੂੰ ਫੰਡ ਨਾ ਪਾਇਆ ਜਾਵੇ, ਸੁਰਿੰਦਰਪਾਲ ਵੀਰ ਦੇ ਅਕਾਊਂਟ 'ਚ ਫੰਡ ਪਾ ਦਿਓ, ਹੈ ਨਾ। ਮੈਂ ਤਾਂ ਇਹ ਚੀਜ਼ ਸਮਝ ਰਿਹਾ ਕਿ ਵਿਸ਼ਵਾਸ ਕਰਨਾ ਸਾਡੀ ਇੱਕ ਸਭ ਤੋਂ ਵੱਡੀ ਮੂਰਖਤਾ ਸੀਗੀ, ਜਿਹਦਾ ਅੱਜ ਸਾਨੂੰ ਇਹ ਮਿਲ ਰਿਹਾ ਹੈ, ਇਨਾਮ ਮਿਲ ਰਿਹਾ ਹੈ। ਤੇ ਲਾਸਟ 'ਚ ਤੁਸੀਂ ਇੱਕੋ ਹੀ ਗੱਲ ਕਹਿ ਦਿੰਦੇ ਆ ਕਿ ਅਸੀਂ ਬੜਾ ਲੰਬਾ ਸੰਘਰਸ਼ ਕੀਤਾ। ਸੰਘਰਸ਼ ਤੁਸੀਂ ਨਹੀਂ, ਬਹੁਤ ਸਾਰੇ ਕੈਡਰ ਨੇ ਕੀਤਾ 5-5 ਸਾਲਾਂ ਤੋਂ, ਪਰ ਉਹ ਇੱਕ ਗੱਲ ਹੋਰ ਵੀ ਆ, ਉਹਨਾਂ ਨੇ ਫੰਡ ਵੀ ਦਿੱਤਾ ਸੰਘਰਸ਼ ਦੇ ਨਾਲ। ਜੇ ਤੁਸੀਂ ਗਏ ਆ ਤਾਂ ਉਹਦੇ 'ਚ ਕੈਡਰ ਦਾ ਫੰਡ ਦਾ ਵੀ ਯੂਜ਼ ਹੋਇਆ ਆ, ਠੀਕ ਹੈ ਜੀ। ਇਹ ਗੱਲ ਨਹੀਂ ਤੁਸੀਂ ਕਹਿ ਸਕਦੇ ਕਿ ਅਸੀਂ 5 ਸਾਲ ਤੋਂ, ਤੁਸੀਂ ਆਪਣੀ ਮਰਜ਼ੀ ਨਾਲ ਗਏ ਆ, ਕਿਸੇ ਨੇ ਤੁਹਾਨੂੰ ਜ਼ਬਰਦਸਤੀ ਨਹੀਂ ਭੇਜਿਆ, ਕਿਸੇ ਵੀ ਸਾਥੀ ਨੂੰ। ਜੇ ਮੈਂ ਆਇਆ ਆ ਤੇ ਮੈਂ ਆਪਣੀ ਮਰਜ਼ੀ ਨਾਲ ਆਇਆ, ਮੈਂ ਕਿਤੇ ਗਿਆ ਤਾਂ ਆਪਣੀ ਮਰਜ਼ੀ ਨਾਲ ਗਿਆ ਆ। ਤੇ ਅੱਜ ਦੀ ਘੜੀ ਅਸੀਂ ਜੇ ਕਹੀਏ ਕਿ ਅਸੀਂ ਇਹ ਕੀਤਾ, ਅਸੀਂ ਉਹ ਕੀਤਾ, ਤਾਂ ਉਹ ਚੀਜ਼ ਸਾਨੂੰ ਸਹੀ ਨਹੀਂ ਲੱਗ ਰਹੀ ਕਿ ਅੱਜ ਅਸੀਂ ਕ੍ਰੈਡਿਟ ਤਾਂ ਲੈ ਰਹੇ ਹਾਂ, ਪਰ ਧੋਖਾ ਵੀ ਤਾਂ ਹੋ ਗਿਆ ਨਾ ਇੱਕ ਕੈਡਰ ਨਾਲ। 23-24 ਭਰਤੀ ਦੇ ਸੰਬੰਧੀ ਤੁਸੀਂ ਦੱਸੋ ਕਿ ਜਿਹੜੇ ਕੈਡਰ ਨੇ ਫੰਡ ਦਿੱਤਾ ਸੀ, ਅੱਜ ਉਹ ਕੈਡਰ ਫੰਡ ਵਾਪਸ ਮੰਗੂਗਾ ਤਾਂ ਦਿੱਤਾ ਜਾਊਗਾ ਉਹਨਾਂ ਨੂੰ ਵਾਪਸ ਕਿ ਉਹ ਕਹਿਣਗੇ ਜੀ ਅਸੀਂ ਤਾਂ 23-24 ਭਰਤੀ ਨੂੰ ਦਿੱਤਾ ਸੀ, ਸਾਡਾ ਤਾਂ ਉੱਚੀ ਨੰਬਰ ਆਉਂਦਾ ਆ, ਹੈ ਨਾ। ਤੇ ਇਹ ਚੀਜ਼ਾਂ ਮੈਨੂੰ ਸਹੀ ਨਹੀਂ ਲੱਗੀਆਂ ਅੱਜ ਪ੍ਰਧਾਨ ਸਾਹਿਬ ਜੀ। ਹੋ ਸਕਦਾ ਤੁਹਾਨੂੰ ਮੇਰੀ ਆਡੀਓ ਨਾਲ ਗੁੱਸਾ ਲੱਗੇ, ਦੁੱਖ ਲੱਗੇ, ਪਰ ਉਹਦੇ ਲਈ ਮਾਫੀ ਆ। ਪਰ ਤੁਹਾਨੂੰ ਪਤਾ ਮੈਂ ਕੋਰਾ ਆ, ਜੋ ਮੇਰੇ ਦਿਲ 'ਚ ਆ ਮੈਂ ਸਿੱਧਾ ਹੀ ਬੋਲਣਾ ਵਿਸ਼ਵਾਸ ਰੱਖਦਾ ਹਾਂ। ਤੇ ਮੈਨੂੰ ਨਹੀਂ ਲੱਗਦਾ ਕਿ 4 ਨੰਬਰ ਮੈਰਿਟ ਡਾਊਨ ਆਊਗੀ। ਮੈਨੂੰ ਤਾਂ ਮੈਂ ਸਿੱਧਾ ਹੀ ਕਹਿਣਾ ਕਿ ਮੈਨੂੰ ਤਾਂ ਇਹ ਸਿੱਧਾ ਕੋਰਾ ਝੂਠ ਲੱਗ ਰਿਹਾ ਯੂਨੀਅਨ ਦੇ ਆਗੂਆਂ ਵੱਲੋਂ ਕਿ 4-4 ਨੰਬਰ ਮੈਰਿਟ ਡਾਊਨ ਆਊਗੀ। ਸਿਰਫ ਇੱਕ ਇਕੱਠ ਕਰਨ ਦਾ ਤਰੀਕਾ ਆ, ਜਿੱਦਾਂ ਜਦੋਂ ਜ਼ਰੂਰਤ ਸੀਗੀ ਫੰਡ ਦੀ ਤਾਂ ਉਦੋਂ 23-64 ਵੀ ਨਾਲ ਜੋੜ ਲਈ, ਤੇ ਉਦੋਂ ਰਜੀਵ ਆਤਮਾ ਰਾਮ ਜੀ ਦੀ ਫੀਸ 20 ਲੱਖ ਰੁਪਇਆ ਵੀ ਹੋ ਗਈ, ਹੈ ਨਾ। ਤੇ ਅੱਜ 1.25 ਲੱਖ ਰੁਪਇਆ ਨਹੀਂ ਜੋੜ ਰਿਹਾ ਯੂਨੀਅਨ ਤੋਂ ਪਿਛਲੇ 4 ਮਹੀਨਿਆਂ ਤੋਂ। ਤੇ ਇਹ ਸੋਚਣ ਵਾਲੀ ਗੱਲ ਆ, ਇਹ ਕਾਫੀ ਵਿਚਾਰ ਕਰਨ ਵਾਲੀ ਗੱਲ ਆ। ਕਿਉਂਕਿ ਜਦੋਂ 66-35 ਭਰਤੀ ਦੇ ਵਾਸਤੇ ਰਾਤੋਂ ਰਾਤ ਐਡਵੋਕੇਟ ਕਰਨੇ ਹੁੰਦੇ ਤਾਂ 3-3 ਐਡਵੋਕੇਟ ਵੀ ਹੋ ਜਾਂਦੇ ਆ ਡਬਲ ਰਜਿਸਟ੍ਰੇਸ਼ਨ ਤੇ, ਹੈ ਨਾ। ਤੇ ਇੱਕ 23-64 ਭਰਤੀ ਦੇ ਵਾਸਤੇ ਇੱਕ 1.25 ਲੱਖ ਰੁਪਇਆ ਘਟ ਰਿਹਾ ਸੀ ਪਿਛਲੇ 3 ਮਹੀਨਿਆਂ ਤੋਂ, ਉਹੀ ਨਹੀਂ ਪੂਰਾ ਹੋ ਸਕਿਆ। ਤੇ ਇਹਦੇ ਵਿੱਚ ਹੁਣ ਅਸੀਂ ਕੀ ਕਹੀਏ ਕਿ ਇਹਦੇ 'ਚ ਯੂਨੀਅਨ ਦੀ ਕਿੱਦਾਂ ਦੀ ਮਨਸ਼ਾ ਸੀਗੀ। ਤੁਸੀਂ ਕਹਿੰਦੇ ਆ ਕਿ ਸਾਡੀ ਮਨਸ਼ਾ 23-64 ਨੂੰ ਪੂਰੀ ਕਰਾਉਣ ਦੀ ਆ, ਅਸੀਂ ਕਿੱਦਾਂ ਯਕੀਨ ਕਰੀਏ। ਬੇਨਤੀ ਆ ਪ੍ਰਧਾਨ ਸਾਹਿਬ ਜ਼ਰੂਰ ਇਸ ਬਾਰੇ ਦੱਸਿਆ ਜਾਵੇ, ਹੋ ਸਕਦਾ ਮੈਂ ਗਲਤ ਹੋਵਾਂ ਕਿਤੇ, ਹੈ ਨਾ। ਤੇ ਤੁਸੀਂ ਮੈਨੂੰ ਦੱਸੋ ਕਿ ਮੈਂ ਕਿੱਥੇ ਗਲਤ ਹਾਂ। ਧੰਨਵਾਦ ਜੀ।